Thank you, Jesus. Thank you, Jesus. Thank you, Jesus. ਪ੍ਰੇਜ਼ ਦਾ ਲਾਰਡ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਬ੍ਰਦਰ ਵਿਸ਼ਾਲ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਸ ਵਰਸ ਬਾਏ ਵਰਸ ਬਾਈਬਲ ਸਟੱਡੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਤੇ ਜਿਵੇਂ ਕਿ ਆਪਾਂ ਮੱਤੀ ਦੀ ਇੰਜੀਲ ਦੇ ਤੇ ਸਟੱਡੀ ਲੈ ਰਹੇ ਹਾਂ ਤੇ ਅਸੀਂ ਪਿਛਲੀ ਵਾਰ ਦੇਖਿਆ ਸੀਗਾ ਰਾਜਾ ਹੈਰੋਦੇਸ ਅਤੇ ਜੋਤਸ਼ੀਆਂ ਦੇ ਬਾਰੇ। ਸੋ ਆਪਾਂ ਉਸ ਤੋਂ ਅੱਗੇ ਕੰਟੀਨਿਊ ਕਰਾਂਗੇ ਕਿਉਂਕਿ ਆਪਾਂ ਪਿਛਲੀ ਵਾਰ ਦੇਖਿਆ ਸੀ ਕਿ ਰਾਜਾ ਹੈਰੋਦੇ ਜੋਤਸ਼ੀ ਜਿਹੜੇ ਯਿਸੂ ਮਸੀਹ ਨੂੰ ਤੋਹਫੇ ਚੜਾ ਕੇ ਗਏ ਸੀਗੇ। ਸੋ ਅੱਜ ਦੀ ਆਪਣੀ ਸਟੱਡੀ ਆ ਟੈਕਸਟ ਆ ਜਿਹੜਾ ਉਹ ਹੈਗਾ ਆ ਮੱਤੀ ਦੀ ਇੰਜੀਲ ਅਧਿਆਇ 2 ਵਚਨ 13 ਤੋਂ ਲੈ ਕੇ 23 ਤੱਕ। ਅਤੇ ਅੱਜ ਦਾ ਜਿਹੜਾ ਟੌਪਿਕ ਆ ਉਸ ਦਾ ਨਾਮ ਹੈ ਕਿ ਯਿਸੂ ਮਸੀਹ ਭਵਿੱਖਬਾਣੀਆਂ ਨੂੰ ਪੂਰਾ ਕਰਦਾ ਆ। ਅਤੇ ਜਿਵੇਂ ਕਿ ਅਸੀਂ ਦੇਖਦੇ ਹਾਂ ਇਹਦੇ ਵਿੱਚ ਅਸੀਂ 3 ਭਵਿੱਖਬਾਣੀਆਂ ਨੂੰ ਪੂਰਾ ਕਰਦਾ ਦੇਖਾਂਗੇ ਯਿਸੂ ਮਸੀਹ ਨੂੰ। ਅਤੇ ਇਸ ਤੋਂ ਪਹਿਲਾਂ ਯਿਸੂ ਮਸੀਹ 2 ਭਵਿੱਖਬਾਣੀਆਂ ਨੂੰ ਪੂਰਾ ਕਰ ਚੁੱਕਾ ਆ। ਪਹਿਲੀ ਕਿ ਉਹ ਕੁਵਾਰੀ ਤੋਂ ਪੈਦਾ ਹੋਇਆ ਜਿਵੇਂ ਕਿ ਯਸ਼ਾਇਆ ਨੇ ਅਧਿਆਇ 7 ਵਿੱਚ ਭਵਿੱਖਬਾਣੀ ਕੀਤੀ ਸੀ, ਅਤੇ ਦੂਸਰੀ ਕਿ ਉਸ ਦਾ ਜਨਮ ਜਿਹੜਾ ਬੈਤਲਹਮ ਦੇ ਵਿੱਚ ਹੋਵੇਗਾ ਜਿਸ ਤਰ੍ਹਾਂ ਮਿਕਾਹ ਨੇ ਲਿਖਿਆ ਸੀ। ਸੋ ਇਹ 2 ਭਵਿੱਖਬਾਣੀਆਂ ਨੂੰ ਅਸੀਂ ਦੇਖਿਆ। ਹੁਣ ਅਸੀਂ ਅੱਗੇ ਦੇਖਾਂਗੇ। ਸੋ ਅਸੀਂ ਵਚਨ 13 ਤੋਂ ਪੜਾਂਗੇ ਅੱਜ। ਹਾਂਜੀ। ਜਾਓ ਤੁਰ ਗਏ ਸਨ। ਹਾਂਜੀ। ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਯੂਸਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ, ਹਾਂਜੀ, ਉੱਠ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਦੇਸ ਨੂੰ ਭੱਜ ਜਾ ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹਿ। ਆਮੀਨ। ਸੋ ਇੱਥੇ ਲਿਖਿਆ ਆ ਕਿ ਜਦੋਂ ਤੁਰ ਗਏ, ਉਹ ਮਤਲਬ ਜੋਤਸ਼ੀ, ਜਦੋਂ ਜੋਤਸ਼ੀਆਂ ਨੇ ਬਲੀਦਾਨ ਤੋਹਫੇ ਚੜਾ ਦਿੱਤੇ, ਉਸਦੀ ਆਰਾਧਨਾ ਵਰਸ਼ਿਪ ਕਰ ਲਈ, ਤਾਂ ਲਿਖਿਆ ਕਿ ਜਦੋਂ ਜੋਤਸ਼ੀ ਤੁਰ ਗਏ ਤਾਂ ਪਰਮੇਸ਼ਰ ਦੇ ਇੱਕ ਦੂਤ ਨੇ ਯੂਸਫ ਨੂੰ ਫਿਰ ਤੋਂ ਦਰਸ਼ਨ ਦਿੱਤਾ। ਇਹ ਦੂਸਰੀ ਵਾਰ ਸੀ ਜਦੋਂ ਪਰਮੇਸ਼ਰ ਦੇ ਦੂਤ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਕਿਹਾ ਕਿ ਉੱਠ ਅਤੇ ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ। ਤੋ ਇੱਥੇ ਜ਼ੋਰ ਜਿਹੜਾ ਉਹ ਫਿਰ ਤੋਂ ਬਾਲਕ ਦੇ ਉੱਤੇ ਆ ਕਿ ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਭੱਜ ਜਾ, ਕਿਉਂਕਿ ਜਿਹੜਾ ਰਾਜਾ ਹੈਰੋਦੇਸ ਆ ਉਹ ਇਸ ਨੂੰ ਬਾਲਕ ਨੂੰ ਮਰਵਾਉਣ ਦੇ ਉੱਤੇ ਆ। ਅਤੇ ਕਹਿੰਦਾ ਕਿ ਤੂੰ ਉੱਥੇ ਉਨਾ ਚਿਰ ਰੁਕੀ। ਹੁਣ ਯੂਸਫ ਦਾ ਸਵਾਲ ਹੋਊਗਾ ਕਿ ਪ੍ਰਭੂ ਮੈਂ ਕਿੰਨਾ ਚਿਰ ਰੁਕਾਂ? ਤਾਂ ਪਰਮੇਸ਼ਰ ਦਾ ਦੂਤ ਜਿਹੜਾ ਪਹਿਲਾਂ ਹੀ ਉਸ ਦਾ ਉੱਤਰ ਦੇ ਰਿਹਾ ਆ ਕਿ ਉਸਦੇ ਮਨ ਦੇ ਵਿੱਚ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਕਿ ਉਹਨੇ ਕਿੰਨਾ ਚਿਰ ਰੁਕਣਾ। ਕਹਿੰਦਾ ਤੂੰ ਮਿਸਰ ਦੇਸ਼ ਨੂੰ ਚਲਿਆ ਜਾ ਤੇ ਉੱਥੇ ਉਨਾ ਚਿਰ ਰੁਕੀ ਜਿੰਨਾ ਚਿਰ ਮੈਂ ਤੈਨੂੰ ਨਾ ਕਹਿਦਾ। ਸੋ ਬੜੀ ਵਾਰੀ ਪਰਮੇਸ਼ਰ ਸਾਡੇ ਨਾਲ ਵੀ ਇਦਾਂ ਕਰਦਾ। ਸਾਡੀ ਲਾਈਫ 'ਚ ਪਰਮੇਸ਼ਰ ਡਾਊਟ ਨਹੀਂ ਰਹਿਣ ਦਿੰਦਾ। ਪਰਮੇਸ਼ਰ ਨੇ ਇਹਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਤੂੰ ਕਿੰਨਾ ਚਿਰ ਉੱਥੇ ਕੰਮ ਕਰਨਾ, ਅਤੇ ਅੱਗੇ ਜਾ ਕੇ ਪਰਮੇਸ਼ਰ ਇਹਨੂੰ ਦੱਸੇਗਾ ਕਿ ਤੂੰ ਕਦੋਂ ਵਾਪਸ ਜਾਣਾ, ਤੂੰ ਫਿਰ ਤੋਂ ਇਸਰਾਇਲ ਦੇਸ਼ ਨੂੰ। ਸੋ ਇਹ ਪਰਮੇਸ਼ਰ ਸਾਡੀ ਅਗਵਾਈ ਕਰਦਾ ਜਦੋਂ ਅਸੀਂ ਪਰਮੇਸ਼ਰ ਦੇ ਕੰਮ ਦੇ ਉੱਤੇ ਹੁੰਨੇ ਆ। ਅਤੇ ਪਰਮੇਸ਼ਰ ਕਹਿੰਦਾ ਕਿ ਮੈਂ ਤੇਰੇ ਆਉਣ ਦੇ ਵਿੱਚ, ਤੇਰੇ ਜਾਣ ਦੇ ਵਿੱਚ ਤੇਰੀ ਅਗਵਾਈ ਕਰੂੰਗਾ। ਹਾਲੇਲੂਇਆ। ਸੋ ਇਸੇ ਤਰ੍ਹਾਂ ਪਰਮੇਸ਼ਰ ਜਿਹੜਾ ਯੂਸਫ ਦੀ ਅਗਵਾਈ ਕਰਦਾ ਪਿਆ ਆ ਅਤੇ ਉਹਨੇ ਆਪਣੇ ਦੂਤ ਦੇ ਰਾਹੀਂ ਇਹ ਗੱਲ ਕਹੀ। ਹਾਂਜੀ। ਕਿਉਂ ਜੋ ਹੈਰੋਦੇਸ ਹਾਂਜੀ ਉਹਦੇ ਨਾਸ ਕਰਨ ਲਈ ਇਸ ਬਾਲਕ ਨੂੰ ਪਾਲੇਗਾ। ਹਾਂਜੀ। ਤਦ ਉਹ ਉੱਠ ਕੇ ਰਾਤੋਂ ਰਾਤ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ। ਆਮੀਨ। ਸੋ ਲਿਖਿਆ ਆ ਕਿ ਕਿਉਂ, ਵਜ੍ਹਾ ਕੀ ਆ ਕਿ ਰਾਜਾ ਹੈਰੋਦੇਸ ਹੁਣ ਉਸ ਬਾਲਕ ਨੂੰ ਭਾਲੇਗਾ ਉਹਦੇ ਨਾਸ਼ ਕਰਨ ਦੇ ਲਈ, ਉਹਨੂੰ ਖਤਮ ਕਰਨ ਦੇ ਲਈ। ਤਾਂ ਲਿਖਿਆ ਕਿ ਯੂਸਫ ਰਾਤ ਨੂੰ ਹੀ ਉੱਠਿਆ, ਉਸ ਬਾਲਕ ਨੂੰ ਤੇ ਉਸਦੀ ਮਾਤਾ ਨੂੰ ਮਿਸਰ ਨੂੰ ਲੈ ਕੇ ਤੁਰ ਪਿਆ। ਯੂਸਫ ਹਮੇਸ਼ਾ ਅਸੀਂ ਦੇਖਦੇ ਹਾਂ ਇਸ ਯੂਸਫ ਨੂੰ ਆਗਿਆਕਾਰੀ ਕਰਦੇ। ਅਸੀਂ ਪੁਰਾਣੇ ਨਿਯਮ 'ਚ ਵੀ ਇੱਕ ਯੂਸਫ ਦੇਖਦੇ ਹਾਂ ਜਿਹੜਾ ਆਗਿਆਕਾਰੀ ਕਰਦਾ, ਉਹ ਪਰਮੇਸ਼ਰ ਦੀ। ਉਹਨੂੰ ਵੀ ਸੁਪਨੇ ਆਉਂਦੇ, ਉਹਦੇ ਨਾਲ ਵੀ ਪਰਮੇਸ਼ਰ ਦਰਸ਼ਨਾਂ ਰਾਹੀਂ ਕੰਮ ਕਰਦਾ, ਗੱਲ ਕਰਦਾ। ਅਤੇ ਇੱਕ ਹੋਰ ਨਵੇਂ ਨਿਯਮ ਦੇ ਵਿੱਚ ਅਸੀਂ ਯੂਸਫ ਦੇਖਦੇ ਹਾਂ ਜਿਹਦੇ ਨਾਲ ਪਰਮੇਸ਼ਰ ਦਰਸ਼ਨਾਂ ਰਾਹੀਂ ਗੱਲ ਕਰਦਾ ਅਤੇ ਜਿਹੜਾ ਆਗਿਆਕਾਰੀ ਦੇ ਵਿੱਚ ਬਣਿਆ ਰਹਿੰਦਾ। ਸੋ ਇੱਥੇ ਲਿਖਿਆ ਪਰਮੇਸ਼ਰ ਯੂਸਫ ਜਿਹੜਾ ਉਸੇ ਟਾਈਮ ਉੱਠਿਆ। ਪਰ ਕੀ ਅੱਜ ਅਸੀਂ ਇੰਨੇ ਐਕਟਿਵ ਆ ਕਿ ਜਿੱਦਾਂ ਹੀ ਪ੍ਰਭੂ ਸਾਨੂੰ, ਪਰਮੇਸ਼ਰ ਦਾ ਵਚਨ ਸਾਨੂੰ ਕੁਝ ਕਹਿੰਦਾ ਆ, ਅਸੀਂ ਉਹਨੂੰ ਕਰਨ ਦੇ ਲਈ ਤਿਆਰ ਆ? ਇਹ ਸਾਡੇ ਅੱਗੇ ਅੱਜ ਸਵਾਲ ਆ। ਹਾਲੇਲੂਇਆ। ਸੋ ਉਸੇ ਟਾਈਮ ਲਿਖਿਆ ਕਿ ਮਿਸਰ ਨੂੰ ਤੁਰ ਪਿਆ ਜਿੱਦਾਂ ਪਰਮੇਸ਼ਰ ਨੇ ਉਹਨੂੰ ਆਗਿਆ ਦਿੱਤੀ। ਹਾਂਜੀ। ਤਦ ਉਹ ਉੱਠ ਕੇ ਰਾਤੋਂ ਰਾਤ ਹਾਂਜੀ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ। ਹਾਂਜੀ। ਅਤੇ ਹੈਰੋਦੇਸ ਦੇ ਮਰਨ ਤੋੜੀ ਉੱਥੇ ਰਿਹਾ। ਆਮੀਨ। ਸੋ ਲਿਖਿਆ ਕਿ ਰਾਜਾ ਹੈਰੋਦੇਸ ਦੇ ਮਰਨ ਤਾਈਂ ਉਹ ਉੱਥੇ ਰਿਹਾ। ਇਹ ਉਹ ਹੈਰੋਦੇਸ ਸੀ ਜਿਹੜਾ ਯਿਸੂ ਮਸੀਹ ਨੂੰ ਮਾਰਨਾ ਚਾਹੁੰਦਾ ਸੀ। ਪਰ ਇੱਥੇ ਯੂਸਫ ਨੇ, ਮੱਤੀ ਨੇ ਪਹਿਲਾਂ ਹੀ ਲਿਖ ਦਿੱਤਾ ਕਿ ਯੂਸਫ ਕਿੰਨਾ ਚਿਰ ਉੱਥੇ ਰਿਹਾ। ਰਾਜਾ ਹੈਰੋਦੇਸ ਦੇ ਮਰਨ ਤਾਈਂ ਲਿਖਿਆ ਕਿ ਉੱਥੇ ਰਿਹਾ। ਹਾਂਜੀ। ਇਸ ਲਈ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ੁਬਾਨੀ ਆਖਿਆ ਸੀ, ਹਾਂਜੀ, ਪੂਰਾ ਹੋਵੇ, ਭਾਈ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ। ਹਾਂਜੀ। ਜਾਂ ਹੈਰੋਦੇਸ ਨੇ ਵੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਮਖੌਲ ਕੀਤਾ, ਤਾਂ ਉਹਨੂੰ ਵੱਡਾ ਕ੍ਰੋਧ ਆਇਆ
ਅਤੇ ਮਨੁੱਖਾਂ ਨੂੰ ਘੱਲ ਕੇ ਬੈਤਲਹਮ ਅਤੇ ਉਹਦੇ ਆਲੇ ਦੁਆਲੇ ਦੇ ਸਭਨਾਂ ਨੀਂਗਰਾਂ ਨੂੰ ਮਰਵਾ ਸੁੱਟਿਆ ਜਿਹੜੇ 2 ਵਰਿਆਂ ਦੇ ਅਤੇ ਏਦੋਂ ਨਿਆਣੇ ਸਨ। ਹਾਂਜੀ। ਉਸ ਸਮੇਂ ਦੇ ਅਨੁਸਾਰ ਜਿਹੜਾ ਜੋਤਸ਼ੀਆਂ ਤੋਂ ਠੀਕ ਪਤਾ ਲਿਆ ਸੀ। ਹਾਂਜੀ। ਤਦ ਉਹ ਬਚਨ ਜਿਹੜਾ ਜਿਰਮੀਆ ਨਬੀ ਨੇ ਆਖਿਆ ਸੀ ਪੂਰਾ ਹੋਇਆ। ਭਾਈ ਰਮਾ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ। ਰਾਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਜੋ ਨਹੀਂ ਹਨ। ਆਮੀਨ। ਸੋ ਇੱਥੇ ਲਿਖਿਆ, ਇੱਥੇ 2 ਭਵਿਸ਼ਵਾਣੀਆਂ ਦਾ ਜ਼ਿਕਰ ਆਉਂਦਾ ਆ। ਪਹਿਲਾ ਲਿਖਿਆ ਕਿ ਯੂਸਫ ਮਿਸਰ ਨੂੰ ਕਿਉਂ ਗਿਆ, ਯੀਸ਼ੂ ਮਸੀਹ ਨੂੰ ਲੈ ਕੇ ਜਦੋਂ ਬਾਲਕ ਸੀ। ਤਾਂ ਮੱਤੀ ਲਿਖਦਾ ਯੂਸਫ ਜਿਹੜਾ ਇਸ ਲਈ ਮਿਸਰ ਨੂੰ ਗਿਆ ਤਾਂ ਜੋ ਜਿਹੜਾ ਨਬੀ ਦੇ ਦੁਆਰਾ ਵਚਨ ਲਿਖਿਆ ਗਿਆ ਸੀਗਾ ਕਿ ਮੈਂ ਆਪਣੇ ਪੁੱਤਰ ਨੂੰ ਮਿਸਰ ਤੋਂ ਬੁਲਾਇਆ, ਇਹ ਵਚਨ ਪੂਰਾ ਹੋਵੇ। ਸੋ ਇਹ ਪਹਿਲੀ ਭਵਿਸ਼ਵਾਣੀ ਆ। ਅਤੇ ਇਹ ਭਵਿਸ਼ਵਾਣੀ ਸਾਨੂੰ ਜਿਹੜੀ ਹੋਸ਼ਿਆ ਦੀ ਪੁਸਤਕ ਆ ਉਹਦੇ ਅਧਿਆਇ 11 ਵਚਨ 1 ਦੇ ਵਿੱਚ ਮਿਲਦੀ ਆ। ਸੋ ਉੱਥੇ ਲਿਖਿਆ ਆ, ਅਸੀਂ ਉਸ ਨੂੰ ਪੜ੍ਹ ਦੇਵਾਂਗੇ 1 ਮਿੰਟ ਦੇ ਲਈ। ਹੋਸ਼ਿਆ ਦੀ ਪੁਸਤਕ ਅਧਿਆਇ 11 ਵਚਨ 1 ਤੋਂ। ਸੋ ਉੱਥੇ ਜਿਹੜੀ ਇਹ ਭਵਿਸ਼ਵਾਣੀ ਨਹੀਂ ਲੱਗਦੀ, ਉੱਥੇ ਪਾਸਟ ਟਾਈਮ ਦੀ ਲੱਗਦੀ। ਪਰ ਜਿਹੜਾ ਮੱਤੀ ਸੀਗਾ, ਲੇਖਕ ਸੀਗਾ, ਉਹ ਇਸ ਗੱਲ ਨੂੰ ਸਮਝਦਾ ਤੇ ਯਹੂਦੀ ਸਮਝਦੇ ਕਿ ਪਰਮੇਸ਼ਰ ਟਾਈਪੋਲੋਜੀ ਤਰੀਕੇ ਦੇ ਨਾਲ ਕੰਮ ਕਰਦਾ ਆ। ਸੋ ਇੱਕ ਟਾਈਪੋਲੋਜੀ ਭਵਿਸ਼ਵਾਣੀ ਸੀਗੀ। ਸੋ ਜਿਸ ਤਰ੍ਹਾਂ ਅਸੀਂ ਦੇਖਦੇ ਆ ਯੀਸ਼ੂ ਮਸੀਹ ਜਿਹੜਾ ਸੀਗਾ ਇਜ਼ਰਾਈਲ ਦੇ ਘਰਾਣੇ ਨੂੰ ਕਿੱਥੇ ਜਾ ਕੇ ਬਚਿਆ, ਜਦੋਂ ਅਕਾਲ ਦੇ ਦਿਨ ਸੀ, ਅਸੀਂ ਉਤਪੱਤੀ ਦੇ ਵਿੱਚ ਦੇਖਦੇ ਉਹ ਮਿਸਰ ਦੇ ਦੇਸ਼ ਵਿੱਚ ਜਾ ਕੇ ਬਚਿਆ। ਅਤੇ ਇਸੇ ਤਰ੍ਹਾਂ ਯੀਸ਼ੂ ਮਸੀਹ ਜਦੋਂ ਰਾਜਾ ਹੈਰੋਦੇਸ ਉਹਨੂੰ ਮਾਰਨ ਦੇ ਉੱਤੇ ਸੀਗਾ ਤਾਂ ਉਹ ਕਿੱਥੇ ਜਾ ਕੇ ਬਚਿਆ, ਮਿਸਰ ਦੇ ਵਿੱਚ ਜਾ ਕੇ ਬਚਿਆ। ਹਾਲੇਲੂਇਆ। ਸੋ ਅਸੀਂ ਦੇਖਦੇ ਆ ਅਤੇ ਲਿਖਿਆ ਹੈ ਕਿ ਫਿਰ ਉਹ ਉੱਥੋਂ ਬੁਲਾਇਆ ਗਿਆ ਜਦੋਂ ਉਹਨੂੰ ਸ਼ਰਾਪ ਦਿੱਤਾ ਜਾ ਰਿਹਾ ਸੀ, ਉਹਨੂੰ ਦੁਖੀ ਕੀਤਾ ਜਾ ਰਿਹਾ ਸੀਗਾ। ਪਰ ਯੀਸ਼ੂ ਮਸੀਹ ਨੂੰ ਦੁਖੀ ਨਹੀਂ ਕੀਤਾ ਗਿਆ। ਪਰ ਫਿਰ ਵੀ ਜਿਸ ਤਰ੍ਹਾਂ ਮਿਸਰ ਇਜ਼ਰਾਈਲ ਦੇ ਘਰਾਣੇ ਨੂੰ ਮਿਸਰ ਦੇ ਵਿੱਚੋਂ ਬੁਲਾਇਆ ਗਿਆ, ਉਸੇ ਤਰ੍ਹਾਂ ਯੀਸ਼ੂ ਮਸੀਹ ਨੂੰ ਵੀ ਮਿਸਰ ਚੋਂ ਬੁਲਾਇਆ ਗਿਆ। ਪਰ ਜਦੋਂ ਇਜ਼ਰਾਈਲ ਦਾ ਘਰਾਣਾ ਮਿਸਰ ਦੇ ਵਿੱਚ ਸੀਗਾ ਤਾਂ ਜਿਹੜਾ ਫਿਰੌਨ ਸੀਗਾ ਉਹਨੇ ਇਜ਼ਰਾਈਲੀਆਂ ਨੂੰ ਬਹੁਤ ਦੁੱਖ ਦਿੱਤਾ ਤੇ ਉਹਦਾ ਕਰਕੇ ਪਰਮੇਸ਼ਰ ਨੇ ਉਹਦੇ ਤੇ ਦੰਡ ਲੈ ਕੇ ਆਂਦਾ। ਪਰ ਜਦੋਂ ਅਸੀਂ ਦੇਖਦੇ ਆ, ਜਦੋਂ ਅਸੀਂ ਯਸ਼ਾਇਆ ਦੀ ਪੁਸਤਕ ਅਧਿਆਇ 19 ਵਚਨ 25 ਦੇ ਵਿੱਚ ਪੜ੍ਹੀਦਾ ਤਾਂ ਉੱਥੇ ਪਰਮੇਸ਼ਰ ਕਹਿੰਦਾ ਕਿ ਮੈਂ ਇਕੱਲੇ ਇਜ਼ਰਾਈਲ ਨੂੰ ਹੀ ਨਹੀਂ ਬਲੈਸ ਕਰਾਂਗਾ, ਮੈਂ ਮਿਸਰ ਦੇ ਘਰਾਣੇ ਨੂੰ ਵੀ, ਮਿਸਰ ਨੂੰ ਵੀ ਬਲੈਸ ਕਰਾਂਗਾ। ਉਸ ਦੀ ਕੀ ਵਜ੍ਹਾ ਆ? ਕਿਉਂਕਿ ਉਸ ਸਮੇਂ ਜਦੋਂ ਰਾਜਾ ਹੈਰੋਦੇਸ ਯੀਸ਼ੂ ਮਸੀਹ ਨੂੰ ਖਤਮ ਕਰਨ ਦੇ ਸੀ, ਉਸ ਸਮੇਂ ਮਿਸਰ ਦੇ ਵਿੱਚ ਜਾ ਕੇ ਯੀਸ਼ੂ ਮਸੀਹ ਬਚਿਆ। ਮਿਸਰ ਦੇਸ਼ ਨੇ ਉਹਨੂੰ ਪਨਾਹ ਦਿੱਤੀ, ਇਸ ਕਰਕੇ ਪਰਮੇਸ਼ਰ ਉਸ ਦੇਸ਼ ਨੂੰ ਬਲੈਸ ਕਰੇਗਾ। ਹਾਲੇਲੂਇਆ। ਅਤੇ ਫਿਊਚਰ ਦੇ ਵਿੱਚ ਹੋਵੇਗਾ। ਹਾਲੇਲੂਇਆ। ਹਾਂਜੀ, ਅਸੀਂ ਪੜਾਂਗੇ ਇਸ ਭਵਿਸ਼ਵਾਣੀ ਨੂੰ। ਜਦ ਇਜ਼ਰਾਈਲ ਮੁੰਡਾ ਸੀ, ਮੈਂ ਉਹਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ। ਆਮੀਨ। ਸੋ ਇੱਥੇ ਜਿਹੜੀ ਹੈ ਭਵਿਸ਼ਵਾਣੀ ਨਹੀਂ ਲੱਗਦੀ, ਪਰ ਸਾਨੂੰ ਸੰਤ ਮੱਤੀ ਦੱਸਦਾ ਕਿ ਇਹ ਭਵਿਸ਼ਵਾਣੀ ਪੂਰੀ ਹੁੰਦੀ ਆ ਅਤੇ ਇਹਨੂੰ ਅਸੀਂ ਬਿਬਲੀਕਲ ਟਾਈਪੋਲੋਜੀ ਕਹਿੰਦੇ ਆ। ਸੋ ਜਿਸ ਤਰ੍ਹਾਂ ਇਜ਼ਰਾਈਲ ਦੇ ਘਰਾਣੇ ਨੂੰ ਮਿਸਰ ਦੇ ਵਿੱਚੋਂ ਬੁਲਾਇਆ ਗਿਆ, ਇਸੇ ਤਰ੍ਹਾਂ ਯੀਸ਼ੂ ਮਸੀਹ ਨੂੰ ਵੀ ਮਿਸਰ ਦੇ ਵਿੱਚੋਂ ਬੁਲਾਇਆ ਗਿਆ, ਕਿਉਂਕਿ ਇੱਥੇ ਯੀਸ਼ੂ ਮਸੀਹ ਪੂਰੇ ਇਜ਼ਰਾਈਲ ਨੂੰ ਰਿਪਰੈਜ਼ੈਂਟ ਕਰਦਾ ਆ। ਅਤੇ ਅਧਿਆਇ 4 ਦੇ ਵਿੱਚ ਇਸ ਨੂੰ ਅਸੀਂ ਹੋਰ ਡੀਪਲੀ ਦੇਖਾਂਗੇ। ਹਾਲੇਲੂਇਆ। ਸੋ ਪਹਿਲੀ ਭਵਿਸ਼ਵਾਣੀ ਪੂਰੀ ਹੋ ਜਾਂਦੀ ਆ ਅੱਜ ਦੀ ਜਿਹੜਾ ਅਸੀਂ ਸਟੱਡੀ ਲੈ ਰਹੇ ਹਾਂ ਕਿ ਯੀਸ਼ੂ ਮਸੀਹ ਜਿਹੜਾ ਮਿਸਰ ਦੇ ਵਿੱਚੋਂ ਬੁਲਾਇਆ ਗਿਆ, ਜਿਸ ਤਰ੍ਹਾਂ ਇਜ਼ਰਾਈਲ ਮਿਸਰ ਦੇ ਵਿੱਚੋਂ ਬੁਲਾਇਆ ਗਿਆ। ਅਤੇ ਫਿਰ ਲਿਖਿਆ ਆ ਕਿ ਜਦੋਂ ਰਾਜਾ ਹੈਰੋਦੇਸ ਨੇ ਦੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਮਜ਼ਾਕ ਕੀਤਾ ਆ, ਮੇਰਾ ਮੁਖੌਲ ਉਡਾਇਆ ਕਿ ਉਹ ਦੂਸਰੇ ਰਾਸਤੇ ਥਾਣੀ ਚਲੇ ਗਏ, ਤਾਂ ਲਿਖਿਆ ਆ ਕਿ ਇਹਨੂੰ ਦੁਬਾਰਾ ਪੜ੍ਹ ਦੋ। ਫਿਰ ਜਦ ਹੈਰੋਦੇਸ ਨੇ ਵੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਮਖੌਲ ਕੀਤਾ ਤਾਂ ਉਹਨੂੰ ਵੱਡਾ ਕ੍ਰੋਧ ਆਇਆ ਅਤੇ ਮਨੁੱਖਾਂ ਨੂੰ ਘੱਲ ਕੇ ਬੈਤਲਹਮ ਅਤੇ ਉਹਦੇ ਆਲੇ ਦੁਆਲੇ ਦੇ ਸਭਨਾਂ ਨੀਗਰਾਂ ਨੂੰ ਮਰਵਾ ਸੁੱਟਿਆ ਜਿਹੜੇ 2 ਵਰਿਆਂ ਦੇ ਅਤੇ ਏਦੋਂ ਨਿਆਣੇ ਸਨ। ਆਮੀਨ। ਸੋ ਇੱਥੇ ਲਿਖਿਆ ਕਿ ਜਦੋਂ ਰਾਜਾ ਹੈਰੋਦੇਸ ਨੇ ਦੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਮਜ਼ਾਕ ਕੀਤਾ ਤਾਂ ਉਹਨੇ 2 ਸਾਲ ਤੱਕ ਦੇ ਬੱਚੇ ਜਿੰਨੇ ਸੀਗੇ ਬੈਤਲਹਮ ਉਸਦੇ ਆਸ-ਪਾਸ ਦੇ ਨਗਰਾਂ ਦੇ ਸਾਰੇ ਬੱਚਿਆਂ ਨੂੰ ਖਤਮ ਕਰ ਦਿੱਤਾ, ਮਰਵਾ ਦਿੱਤਾ। ਅਤੇ ਮੈਂ ਮੰਨਦਾ ਹਾਂ ਕਿ 2 ਸਾਲ ਨਹੀਂ ਸੀ ਹੋਏ ਯੀਸ਼ੂ ਮਸੀਹ ਨੂੰ ਹਜੇ ਪੈਦਾ ਹੋਏ ਨੂੰ, ਕਿਉਂਕਿ ਉਹਨੇ ਟਾਈਮ ਪੁੱਛਿਆ ਸੀ ਜੋਤਸ਼ੀਆਂ ਦੇ ਕੋਲੋਂ ਕਿ ਤਾਰਾ ਕਿਸ ਟਾਈਮ ਚੜਿਆ ਸੀ, ਤਾਂ ਉਹਨਾਂ ਨੇ ਉਸਨੂੰ ਟਾਈਮ ਦੱਸਿਆ। ਤਾਂ ਮੈਂ ਮੰਨਦਾ ਕਿ 1 ਸਾਲ ਤੋਂ ਵੀ ਘੱਟ ਦਾ ਟਾਈਮ ਸੀਗਾ। ਪਰ ਫਿਰ ਵੀ ਰਾਜਾ ਹੈਰੋਦੇਸ ਨੇ ਸੋਚਿਆ ਕਿ ਕੋਈ ਵੀ ਬੱਚਾ ਜਿਹੜਾ ਬਚ ਨਾ ਜਾਵੇ, ਕਿਤੇ ਇਦਾਂ ਨਾ ਹੋਵੇ ਕਿ ਮੈਂ 19 ਹੀ ਉਮਰ ਦੇ ਬੱਚੇ ਮਰਵਾਵਾਂ ਤੇ ਮਸੀਹ ਜਿਹੜਾ ਰਾਜਾ ਉਹ ਬਚ ਜਾਵੇ। ਇਸ ਕਰਕੇ ਉਹਨੇ ਜ਼ਿਆਦੀ ਉਮਰ ਤਾਈਂ ਦੇ ਬੱਚੇ ਮਰਵਾਏ ਕਿ ਮਸੀਹ ਬਚਣਾ ਨਹੀਂ ਚਾਹੀਦਾ। ਸੋ ਉਹਨੇ 2 ਸਾਲ ਤੱਕ ਦੇ ਬੱਚਿਆਂ ਨੂੰ ਮਰਵਾ ਦਿੱਤਾ।
ਸੋ ਇੱਥੇ ਕੀ ਹੋਇਆ ਆ, ਜਦੋਂ ਉਹਨੇ 2 ਸਾਲ ਦੇ ਬੱਚੇ ਮਰਵਾ ਦਿੱਤੇ ਬੈਤਲਹਮ ਅਤੇ ਉਸਦੇ ਆਸ-ਪਾਸ ਦੇ, ਕਿਉਂਕਿ ਉਹਨੂੰ ਪਤਾ ਸੀ ਬੈਤਲਹਮ ਦੇ ਵਿੱਚ ਹੀ ਮਸੀਹ ਨੇ ਪੈਦਾ ਹੋਣਾ ਆ, ਤਾਂ ਲਿਖਿਆ ਹੈ ਭਵਿੱਖਬਾਣੀ ਪੂਰੀ ਹੋਈ ਜਿਹੜੀ ਯਰਮੀਆ ਨਬੀ ਨੇ ਕੀਤੀ ਸੀਗੀ। ਅਤੇ ਇਹ ਭਵਿੱਖਬਾਣੀ ਸਾਨੂੰ ਮਿਲਦੀ ਹੈ ਯਰਮੀਆ ਦੀ ਪੁਸਤਕ ਅਧਿਆਇ 31 ਵਚਨ 15 ਦੇ ਵਿੱਚ ਇਹ ਭਵਿੱਖਬਾਣੀ ਸੀ। ਅਤੇ ਜਦੋਂ ਅਸੀਂ ਦੇਖਦੇ ਹਾਂ ਉਸ ਨੂੰ ਵੀ ਚੈਪਟਰ ਨੂੰ ਪੜ੍ਹਦੇ ਹਾਂ ਤਾਂ ਉੱਥੇ ਉਹ ਵੀ ਭਵਿੱਖਬਾਣੀ ਨਹੀਂ, ਉਹ ਉਸ ਟਾਈਮ ਦੀ ਗੱਲ ਕਰਦਾ ਪਿਆ ਆ ਜਦੋਂ ਜਿਹੜਾ ਇਜ਼ਰਾਈਲ ਦਾ ਘਰਾਣਾ ਸੀਗਾ, ਯਹੂਦਾ ਦਾ ਘਰਾਣਾ ਸੀਗਾ, ਉਹ ਪਰਮੇਸ਼ਰ ਦਾ ਕੀ ਕਰਦਾ ਪਿਆ ਸੀਗਾ, ਵਿਰੋਧ ਕਰਦਾ ਪਿਆ ਸੀ, ਪਰਮੇਸ਼ਰ ਨੂੰ ਰਿਜੈਕਟ ਕਰ ਦਿੱਤਾ, ਪਰਮੇਸ਼ਰ ਦੇ ਨਾਲ ਬੰਨੀ ਹੋਈ ਵਾਚਾ ਜਿਹੜੀ ਸੀ ਉਹਨਾਂ ਨੇ ਤੋੜ ਦਿੱਤੀ, ਤਾਂ ਪਰਮੇਸ਼ਰ ਦਾ ਕ੍ਰੋਧ ਉਹਨਾਂ ਦੇ ਉੱਤੇ ਆਇਆ ਸੀਗਾ। ਤਾਂ ਉਸ ਸਮੇਂ ਯਰਮੀਆ ਨਬੀ ਨੇ ਭਵਿੱਖਬਾਣੀ ਕੀਤੀ ਸੀਗੀ। ਹਾਂਜੀ, ਤਾਂ ਕੀ ਮੱਤੀ ਕੀ ਕਹਿੰਦਾ ਇਸ ਜਗ੍ਹਾ ਦੇ ਉੱਤੇ, ਤਾਂ ਜੋ ਵਚਨ ਪੂਰਾ ਹੋਵੇ। ਭਾਈ ਹਾਂਜੀ, ਰਮਾ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਹਾਂਜੀ, ਰੋਣਾ ਅਤੇ ਵੱਡਾ ਵਿਰਲਾਪ। ਰਾਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਹਾਂਜੀ, ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ। ਆਮੀਨ। ਸੋ ਇੱਥੇ ਲਿਖਿਆ ਕਿ ਇਹ ਭਵਿੱਖਬਾਣੀ ਜਿਹੜੀ ਯਰਮੀਆ ਨਬੀ ਨੇ ਕੀਤੀ ਕਿ ਰਮਾ ਦੇ ਵਿੱਚ ਇੱਕ ਵੱਡਾ ਰੋਣਾ, ਇੱਕ ਵਿਰਲਾਪ ਹੋਇਆ, ਰਾਹੇਲ ਆਪਣੇ ਬੱਚਿਆਂ ਦੇ ਲਈ ਰੋਂਦੀ ਆ ਤੇ ਉਹ ਚੁੱਪ ਹੋਣਾ ਨਹੀਂ ਚਾਹੁੰਦੀ ਕਿਉਂਕਿ ਉਹਦੇ ਬਾਲਕ ਨਹੀਂ ਆ। ਸੋ ਇੱਥੇ ਜਿਹੜਾ ਰਮਾ ਦਾ ਜ਼ਿਕਰ ਆਉਂਦਾ ਆ, ਸੋ ਜਿਹੜਾ ਰਮਾ ਆ ਇਹ 2 ਦੇਸ਼, ਕਿਉਂਕਿ ਅਸੀਂ ਦੇਖਦੇ ਆ ਜਿਹੜਾ ਇਜ਼ਰਾਈਲ ਦਾ ਘਰਾਣਾ ਸੀਗਾ ਰਾਜਿਆਂ ਦੇ ਟਾਈਮ ਦੇ ਵਿੱਚ 2 ਹਿੱਸਿਆਂ ਦੇ ਵਿੱਚ ਵੰਡ ਹੋ ਗਿਆ ਸੀਗਾ। ਇੱਕ ਬੰਨੇ ਜਦੋਂ ਸੁਲੇਮਾਨ ਤੱਕ ਜਿਹੜਾ ਰਾਜ ਸੀਗਾ ਉਹ ਸੰਯੁਕਤ ਰਾਜ ਰਿਹਾ, ਪਰ ਉਸ ਤੋਂ ਬਾਅਦ ਦੇ ਵਿੱਚ ਸੁਲੇਮਾਨ ਦੇ ਪੁੱਤਰ ਰਹਿਬੋਆਮ ਦੇ ਟਾਈਮ ਦੇ ਵਿੱਚ ਯਹੂਦਾ ਦਾ ਜਿਹੜਾ ਇਲਾਕਾ ਸੀਗਾ ਉਹ ਰਹਿਬੋਆਮ ਦੇ ਕੋਲ ਆ ਗਿਆ, ਅਤੇ ਜਿਹੜਾ ਇਜ਼ਰਾਈਲ ਦੇ ਬਾਕੀ 11 ਗੋਤਰ ਸੀਗੇ, ਉਹ ਬਾਕੀ ਦੇ 11 ਗੋਤਰ ਜਿਹੜੇ ਸੀਗੇ ਉਹ ਨਬਾੜ ਦੇ ਪੁੱਤਰ ਜਰੂਬਮ ਦੇ ਕੋਲ ਆ ਗਏ ਸੀਗੇ। ਸੋ ਉਹਨਾਂ ਦੇ ਤੇ ਉਹ ਸੀਗਾ ਨਬਾੜ ਦਾ ਪੁੱਤਰ ਜਰੂਬਮ ਜਿਹੜਾ ਉਹ ਰਾਜ ਕਰਦਾ ਸੀ। ਸੋ ਇੱਥੇ ਅਸੀਂ ਦੇਖਦੇ ਹਾਂ ਕਿ 2 ਹਿੱਸਿਆਂ ਦੇ ਵਿੱਚ ਇਜ਼ਰਾਈਲ ਵੰਡਿਆ ਗਿਆ ਸੀਗਾ, ਅਤੇ ਜਿਹੜਾ ਰਮਾ ਆ ਉਹ ਦੋਨਾਂ ਦੇਸ਼ਾਂ ਦੇ ਵਿਚਕਾਰ ਇੱਕ ਬਾਰਡਰ ਦਾ ਕੰਮ ਦਿੰਦਾ ਸੀ, ਉਹ ਬਾਰਡਰ ਸੀਗਾ। ਅਤੇ ਬੈਤਲਹਮ ਦੇ ਵਿੱਚ ਇਹਨਾਂ ਬਾਲਕਾਂ ਨੂੰ ਮਾਰਿਆ ਗਿਆ ਰਾਜਾ ਹੈਰੋਦੇਸ ਦੇ ਵੱਲੋਂ ਘੱਲ ਕੇ ਮਨੁੱਖਾਂ ਨੂੰ। ਸੋ ਜਿਹੜਾ ਬੈਤਲਹਮ ਆ, ਜਦੋਂ ਅਸੀਂ ਦੇਖਦੇ ਹਾਂ ਉਤਪੱਤੀ ਦੀ ਪੁਸਤਕ ਅਧਿਆਇ 35 ਦੇ ਵਿੱਚ, ਉਤਪੱਤੀ ਦੀ ਪੁਸਤਕ ਦੇ ਵਿੱਚ, ਸੋ ਉੱਥੇ ਲਿਖਿਆ ਆ ਕਿ ਜਿਹੜੀ ਰਾਹੇਲ ਸੀਗੀ ਉਹ ਬੈਤਲਹਮ ਦੇ ਵਿੱਚ ਦੱਬੀ ਗਈ ਸੀਗੀ। ਸੋ ਇਸ ਕਰਕੇ ਉਸ ਦੀ ਕਬਰ ਜਿਹੜੀ ਸੀ ਉਹ ਬੈਤਲਹਮ ਦੇ ਵਿੱਚ ਸੀਗੀ। ਅਤੇ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਗੋਤਰ ਜਿਹੜਾ ਸੀਗਾ, ਬਿਨਿਆਮੀਨ ਦਾ ਗੋਤਰ ਜਿਹੜਾ ਸੀਗਾ ਉਹ ਯਹੂਦਾ ਦੇ ਵਿੱਚ ਸੀਗਾ, ਅਤੇ ਇਫਰਾਇਮ ਗੋਤਰ ਜਿਹੜਾ ਇਜ਼ਰਾਈਲ ਦੇ ਵਿੱਚ ਸੀ ਜਦੋਂ 2 ਹਿੱਸਿਆਂ ਦੇ ਵਿੱਚ ਇਜ਼ਰਾਈਲ ਵੰਡਿਆ ਗਿਆ। ਸੋ ਇੱਧਰਲੀ ਸਾਡੀ ਯਹੂਦਾ ਦੇ ਰਾਜ ਦੇ ਵਿੱਚ ਵੀ ਰਾਹੇਲ ਦਾ ਇੱਕ ਪੁੱਤਰ ਆ, ਅਤੇ ਇਜ਼ਰਾਈਲ ਦੇ ਘਰਾਣੇ ਵਿੱਚ ਵੀ ਰਾਹੇਲ ਦਾ ਇੱਕ ਪੁੱਤਰ ਆ, ਦੋਨੇ ਤਰਫ ਇੱਕ ਗੋਤ ਆ। ਸੋ ਇਸ ਕਰਕੇ ਇੱਥੇ ਰਮਾ ਜਿਹੜਾ ਉਹ ਇੱਕ ਬਾਰਡਰ ਦੀ ਜਗ੍ਹਾ ਰਹਿੰਦਾ, ਅਤੇ ਰਾਹੇਲ ਜਿਹੜੀ ਆ ਉਹ ਇੱਕ ਸਿੰਬਲ ਬਣ ਚੁੱਕਾ ਸੀਗਾ ਕਿ ਰਾਹੇਲ ਦੋਨਾਂ ਪੁੱਤਰਾਂ ਦੀ ਮਾਤਾ। ਸੋ ਇੱਥੇ ਇਜ਼ਰਾਈਲ ਦੇ ਲੋਕੀ ਵੀ ਰੋ ਰਹੇ ਆ, ਯਹੂਦਾ ਦੇ ਲੋਕ ਵੀ ਰੋ ਰਹੇ ਆ। ਕਿਉਂਕਿ ਉਹਨਾਂ ਨੇ ਪਰਮੇਸ਼ਰ ਦਾ ਵਿਰੋਧ ਕੀਤਾ, ਇਜ਼ਰਾਈਲੀਆਂ ਨੇ, ਯਹੂਦੀਆਂ ਨੇ, ਅਤੇ ਇਜ਼ਰਾਈਲ ਦਾ ਘਰਾਣਾ ਜਿਹੜਾ ਸੀਗਾ ਉਹ ਅਸ਼ੂਰ ਦੇ ਦੁਆਰਾ ਫੜਵਾਇਆ ਗਿਆ, ਅਤੇ ਜਿਹੜਾ ਯਹੂਦਾ ਦਾ ਘਰਾਣਾ ਸੀ ਉਹ ਬੇਬੀਲੋਨ ਦੇ ਬੰਦਵਾਈ ਦੇ ਵਿੱਚ ਚਲ ਗਿਆ। ਸੋ ਇੱਥੇ ਉਹੀ ਭਵਿੱਖਬਾਣੀ ਫਿਰ ਤੋਂ ਪੂਰੀ ਹੁੰਦੀ ਆ, ਜਿਸ ਤਰ੍ਹਾਂ ਉਸ ਸਮੇਂ ਉਹਨਾਂ ਨੇ ਪਰਮੇਸ਼ਰ ਨੂੰ ਅਸਵੀਕਾਰ ਕੀਤਾ, ਉਹਨਾਂ ਦੇ ਤੇ ਸਜ਼ਾ ਆਈ, ਇਸੇ ਤਰ੍ਹਾਂ ਇਜ਼ਰਾਈਲੀਆਂ ਨੇ ਕੀ ਕੀਤਾ, ਇਸ ਟਾਈਮ ਦੇ ਯਿਸੂ ਮਸੀਹ ਦੇ ਟਾਈਮ ਦੇ ਯਹੂਦੀ ਜਿਹੜੇ ਸੀ ਉਹਨਾਂ ਨੇ ਯਿਸੂ ਮਸੀਹ ਨੂੰ ਅਸਵੀਕਾਰ ਕਰ ਦਿੱਤਾ। ਅਸੀਂ ਪਿਛਲੀ ਵਾਰੀ ਦੇਖਿਆ ਸੀਗਾ ਕਿ ਜਿਹੜੇ ਜੋਤਸ਼ੀ ਸੀ ਉਹ ਕਿੱਡੀ ਦੂਰ ਯਿਸੂ ਮਸੀਹ ਨੂੰ ਸਜਦਾ ਕਰਨ ਦੇ ਲਈ ਆ ਗਏ, ਉਹਦੀ ਆਰਾਧਨਾ ਕਰਨ ਦੇ ਲਈ। ਪਰ ਜਿਹੜੇ ਪ੍ਰਧਾਨ ਜਾਜਕ ਸੀਗੇ, ਕੌਮ ਦੇ ਸਰਦਾਰ ਸੀ, ਉਹਨਾਂ ਨੂੰ ਪਤਾ ਸੀ ਯਿਸੂ ਮਸੀਹ ਕਿੱਥੇ ਪੈਦਾ ਹੋਣਾ, ਪਰ ਉਹਨਾਂ ਨੇ ਕੋਈ ਉਹਦੀ ਫਿਕਰ ਨਹੀਂ ਕੀਤੀ, ਉਹਨੂੰ ਕੋਈ ਲੱਭਣ ਲਈ ਨਹੀਂ ਗਿਆ। ਇਸ ਦਾ ਮਤਲਬ ਉਹਨਾਂ ਨੇ ਅਸਵੀਕਾਰ ਕਰ ਦਿੱਤਾ। ਇਸ ਕਰਕੇ ਜਿਸ ਤਰ੍ਹਾਂ ਉਸ ਸਮੇਂ ਦੇ ਵਿੱਚ ਸਜ਼ਾ ਆਈ ਉਹਨਾਂ ਦੇ ਉੱਤੇ, ਇਸੇ ਤਰ੍ਹਾਂ ਰਾਜਾ ਹੈਰੋਦੇਸ ਦੇ ਦੁਆਰਾ ਰਾਜਾ ਹੈਰੋਦੇਸ ਨੂੰ ਪਰਮੇਸ਼ਰ ਨੇ ਇਸਤੇਮਾਲ ਕੀਤਾ। ਇਸੇ ਤਰ੍ਹਾਂ ਫਿਰ ਤੋਂ ਇੱਕ ਵਾਰ ਇਜ਼ਰਾਈਲ ਦੇ ਉੱਤੇ ਦੰਡ ਆਇਆ, ਅਤੇ ਇਸ ਤੋਂ ਅੱਗੇ ਫਿਰ ਤੋਂ ਦੰਡ ਆਇਆ। ਬਾਈਬਲ ਦੱਸਦੀ ਆ ਯਿਸੂ ਮਸੀਹ ਨੇ ਜਦੋਂ ਕਿਹਾ ਕਿ ਆਪਣੇ ਮੇਰੇ ਲਈ ਨਾ ਰੋਵੋ, ਜਦੋਂ ਕਰੂਸ ਦੇ ਉੱਤੇ ਚੜਾਇਆ ਜਾਣ ਦੇ ਲਈ ਜਾ ਰਿਹਾ ਸੀ, ਕਹਿੰਦਾ ਮੇਰੇ ਲਈ ਨਾ ਰੋਵੋ ਯਰੂਸ਼ਲਮ ਦੇ ਉੱਤੇ, ਆਪਣੇ ਲਈ, ਆਪਣੇ ਬੱਚਿਆਂ ਲਈ ਰੋਵੋ। ਅਤੇ ਇਤਿਹਾਸ ਦੱਸਦਾ ਕਿ 70 AD ਦੇ ਵਿੱਚ ਇਜ਼ਰਾਈਲ ਜਿਹੜਾ ਫਿਰ ਤੋਂ ਤਬਾਹ ਕਰ ਦਿੱਤਾ ਗਿਆ। ਕਿਉਂਕਿ ਉਹਨਾਂ ਨੇ ਯਿਸੂ ਮਸੀਹ ਨੂੰ ਅਸਵੀਕਾਰ ਕੀਤਾ, ਉਹਨਾਂ ਨੇ ਯਿਸੂ ਮਸੀਹ ਨੂੰ ਸਵੀਕਾਰ ਨਹੀਂ ਕੀਤਾ। ਸੋ ਜਿਹੜੀ ਰਾਹੇਲ ਆ ਉਹ ਇੱਕ ਸਿੰਬਲ ਬਣ ਚੁੱਕੀ ਸੀਗੀ ਦੋਨਾਂ ਦੇਸ਼ਾਂ ਦੇ ਲਈ ਜਿਹੜੇ ਅਲੱਗ ਹੋ ਚੁੱਕੇ ਸੀਗੇ, ਅਤੇ ਰਮਾ ਜਿਹੜਾ ਇੱਕ ਬਾਰਡਰ ਦਾ ਕੰਮ ਸੀ ਦੋਨਾਂ ਦੇਸ਼ਾਂ ਦੇ ਵਿੱਚ। ਸੋ ਇੱਥੇ ਦੂਸਰੀ ਭਵਿੱਖਬਾਣੀ ਹੁੰਦੀ ਆ ਪੂਰੀ ਜਿਹੜੀ ਯਰਮੀਆ ਨਬੀ ਨੇ ਕੀਤੀ ਸੀ, ਅਤੇ ਇੱਕ ਟਾਈਪੋਲੋਜੀ ਟਾਈਪ ਦੀ ਭਵਿੱਖਬਾਣੀ ਆ।
ਹਾਲੇਲੂਇਆ। ਹਾਂਜੀ, ਸੋ ਅਸੀਂ ਦੇਖਾਂਗੇ ਲਾਸਟ ਭਵਿਸ਼ਵਾਣੀ ਨੂੰ। ਹਾਂਜੀ, ਅਸੀਂ ਅੱਗੇ ਪੜਾਂਗੇ। ਜਦ ਹੈਰੋਦੇਸ ਮਰ ਗਿਆ, ਹਾਂਜੀ, ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ, ਹਾਂਜੀ, ਉੱਠ, ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਇਜ਼ਰਾਈਲ ਦੇ ਦੇਸ਼ ਨੂੰ ਜਾ, ਕਿਉਂਕਿ ਜਿਹੜੇ ਬਾਲਕ ਦੇ ਪ੍ਰਾਣਾਂ ਦੇ ਵੈਰੀ ਸਨ ਉਹ ਮਰ ਗਏ। ਆਮੀਨ। ਸੋ ਇੱਥੇ ਲਿਖਿਆ ਕਿ ਜਦੋਂ ਰਾਜਾ ਹੈਰੋਦੇਸ ਮਰ ਗਿਆ, ਦੇਖੋ ਰਾਜਾ ਹੈਰੋਦੇਸ ਉਸ ਬਾਲਕ ਨੂੰ ਖਤਮ ਕਰਨਾ ਚਾਹੁੰਦਾ ਸੀ, ਪਰ ਪਰਮੇਸ਼ਰ ਨੇ ਉਸ ਬਾਲਕ ਨੂੰ ਬਚਾਇਆ ਤੇ ਰਾਜਾ ਹੈਰੋਦੇਸ ਜਿਹੜਾ ਚਾਹੁੰਦਾ ਸੀ ਕਿ ਮੇਰਾ ਰਾਜ ਕਿਸੇ ਦੇ ਹੱਥ ਨਾ ਜਾਵੇ, ਉਹ ਬਹੁਤ ਜਲਦੀ ਮਰ ਗਿਆ, ਕੁਝ ਕੁ ਟਾਈਮ ਦੇ ਵਿੱਚ ਹੀ ਖਤਮ ਹੋ ਗਿਆ। ਅਤੇ ਪਰਮੇਸ਼ਰ ਦਾ ਇੱਕ ਦੂਤ ਫਿਰ ਤੋਂ ਉਹਦੇ ਕੋਲ ਆਉਂਦਾ ਹੈ ਦਰਸ਼ਨ ਦੇ ਵਿੱਚ, ਕਿਉਂਕਿ ਪਰਮੇਸ਼ਰ ਦੇ ਦੂਤ ਨੇ ਕਿਹਾ ਸੀ ਕਿ ਜਿੰਨਾ ਚਿਰ ਮੈਂ ਨਾ ਕਵਾਂ ਉਨਾ ਚਿਰ ਤੂੰ ਨਾ ਇਸ ਦੇਸ਼ ਮਿਸਰ ਦੇਸ਼ ਨੂੰ ਛੱਡੀ, ਜਦੋਂ ਮੈਂ ਕਹੂੰ ਤਾਂ ਉਸ ਤੋਂ ਬਾਅਦ ਦੇ ਵਿੱਚ ਜਾਣਾ ਮਿਸਰ ਦੇਸ਼ ਤੋਂ ਨੂੰ ਛੱਡ ਕੇ ਇਜ਼ਰਾਈਲ ਦੇ ਵਿੱਚ ਆ। ਤਾਂ ਲਿਖਿਆ ਕਿ ਦੂਤ ਦਰਸ਼ਨ ਦੇ ਵਿੱਚ ਆਇਆ ਅਤੇ ਉਹਨੇ ਕਿਹਾ ਕਿ ਉੱਠ ਅਤੇ ਇਜ਼ਰਾਈਲ ਦੇ ਦੇਸ਼ ਨੂੰ ਚਲਿਆ ਜਾ, ਕਿਉਂਕਿ ਜਿਹੜੇ ਬਾਲਕ ਦੇ ਪ੍ਰਾਣਾਂ ਦੇ ਵੈਰੀ ਸਨ ਉਹ ਖਤਮ ਹੋ ਗਏ, ਉਹ ਮਰ ਗਏ। ਅਤੇ ਇੱਥੇ ਪਲੂਰਲ ਦੇ ਵਿੱਚ ਸ਼ਬਦ ਆ ਜਾਂਦਾ ਆ। ਸੋ ਇੱਥੇ ਸਾਨੂੰ ਪਤਾ ਲੱਗਦਾ ਕਿ ਹੁਣ ਇਕੱਲਾ ਰਾਜਾ ਹੈਰੋਦੇਸ ਹੀ ਨਹੀਂ ਸੀਗਾ ਯਿਸੂ ਮਸੀਹ ਦੇ ਪ੍ਰਾਣਾਂ ਦਾ ਵੈਰੀ, ਕੱਲਾ ਰਾਜਾ ਹੈਰੋਦੇਸ ਹੀ ਨਹੀਂ ਸੀ ਮਾਰਨਾ ਚਾਹੁੰਦਾ, ਨਾਲ ਬਹੁਤ ਸਾਰੇ ਹੋਰ ਵੀ ਸੈਨਿਕ ਜਿਹੜੇ ਬਹੁਤ ਸਾਰੇ ਲੋਕੀ ਖੜੇ ਹੋ ਗਏ ਸੀ ਜਿਹੜੇ ਯਿਸੂ ਮਸੀਹ ਨੂੰ ਖਤਮ ਕਰ ਦੇਣਾ ਚਾਹੁੰਦੇ ਸੀਗੇ। ਹਾਂਜੀ, ਅਸੀਂ ਅੱਗੇ ਪੜਾਂਗੇ। ਤਦ ਉਹ ਉੱਠਿਆ, ਹਾਂਜੀ, ਅਤੇ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਇਜ਼ਰਾਈਲ ਦੇ ਦੇਸ਼ ਵਿੱਚ ਆਇਆ। ਹਾਂਜੀ, ਪਰ ਜਾ ਸੁਣਿਆ ਜੋ ਅਰਕਿਲਾਉਸ ਯਹੂਦੀਆ ਵਿੱਚ ਆਪਣੇ ਪਿਤਾ ਹੈਰੋਦੇਸ ਦੇ ਥਾਂ ਰਾਜ ਕਰਦਾ ਹੈ, ਤਾਂ ਉੱਥੇ ਜਾਣ ਤੋਂ ਡਰਿਆ, ਪਰ ਸੁਪਨੇ ਵਿੱਚ ਖਬਰ ਪਾ ਕੇ ਗਲੀਲ ਦੇ ਇਲਾਕੇ ਵਿੱਚ ਚਲਿਆ ਗਿਆ ਅਤੇ ਨਾਸਰਤ ਨਾਮੇ ਇੱਕ ਨਗਰ ਵਿੱਚ ਜਾ ਵਸਿਆ, ਇਸ ਲਈ ਕਿ ਜਿਹੜਾ ਬਚਨ ਨਬੀਆਂ ਦੀ ਜ਼ੁਬਾਨੀ ਆਖਿਆ ਗਿਆ ਸੀ ਪੂਰਾ ਹੋਵੇ ਜੋ ਨਾਸਰੀ ਕਹਾਵੇਗਾ। ਆਮੀਨ। ਆਮੀਨ। ਸੋ ਇੱਥੇ ਫਿਰ ਤੋਂ ਜ਼ਿਕਰ ਆਉਂਦਾ ਕਿ ਯੂਸਫ ਉੱਠਿਆ। ਯੂਸਫ ਨੂੰ ਅਸੀਂ ਹਮੇਸ਼ਾ ਨਵੇਂ ਨਿਯਮ ਦੇ ਵਿੱਚ ਆਗਿਆਕਾਰੀ ਦੇ ਵਿੱਚ ਦੇਖਦੇ ਹਾਂ। ਲਿਖਿਆ ਉਹ ਉੱਠਿਆ, ਉਸਨੇ ਬਾਲਕ ਨੂੰ ਉਸਦੀ ਮਾਤਾ ਨੂੰ ਲਿਆ ਅਤੇ ਇਜ਼ਰਾਈਲ ਦੇ ਘਰਾਣੇ ਨੂੰ ਆਇਆ। ਪਰ ਜਦੋਂ ਉਸਨੇ ਦੇਖਿਆ ਕਿ ਰਾਜਾ ਹੈਰੋਦੇਸ ਦਾ ਪੁੱਤਰ ਅਰਖਲਾਉਸ ਜਿਹੜਾ ਉਸਦੀ ਜਗ੍ਹਾ ਦੇ ਉੱਤੇ ਰਾਜ ਕਰਦਾ ਪਿਆ ਆ, ਤਾਂ ਉੱਥੇ ਜਾਣ ਤੋਂ ਡਰਿਆ। ਸੋ ਦੀ ਵਜ੍ਹਾ ਕੀ ਸੀ? ਕਿਉਂਕਿ ਉਸਦਾ ਪੁੱਤਰ ਜਿਹੜਾ ਉਹ ਵੀ ਉਸੇ ਦੀ ਤਰ੍ਹਾਂ ਜਿਹੜਾ ਸੀਗਾ ਇੱਕ ਕਾਤਲ ਸੀਗਾ, ਇੱਕ ਖੂਨੀ ਵਿਅਕਤੀ ਸੀਗਾ ਜਿਹੜਾ ਦੰਗੇ ਫਸਾਦ ਕਰਦਾ ਰਹਿੰਦਾ ਸੀ। ਅਤੇ ਹਿਸਟਰੀ ਦੱਸਦੀ ਕਿ ਇਹਨੂੰ ਕੁਝ ਕੁ ਟਾਈਮ ਦੇ ਬਾਅਦ ਵਿੱਚ ਹੀ ਇਸ ਦੇ ਰਾਜ ਪਦ ਤੋਂ ਉਤਾਰ ਦਿੱਤਾ ਗਿਆ ਸੀ। ਅਤੇ ਹੁਣ ਰਾਜਾ ਹੈਰੋਦੇਸ ਸਾਰੇ ਯਹੂਦੀਆ ਇਲਾਕੇ ਦੇ ਉੱਤੇ ਰਾਜ ਕਰਦਾ ਸੀ, ਪਰ ਇੱਕ ਇਲਾਕੇ ਦੇ ਉੱਤੇ ਹੀ ਰਾਜ ਕਰਦਾ ਪਿਆ ਸੀ, ਬੈਤਲਹਮ ਯਹੂਦੀਆ ਦੇ ਉੱਤੇ। ਇਹ ਸਾਰੇ ਜਿਹੜਾ ਉਸ ਏਰੀਆ ਸੀਗਾ ਉਸ ਦੇ ਉੱਤੇ ਨਹੀਂ ਸੀ ਰਾਜ ਕਰਦਾ ਪਿਆ, ਕਿਉਂਕਿ 4 ਵਿਅਕਤੀਆਂ ਨੂੰ ਖੜੇ ਕਰ ਦਿੱਤਾ ਗਿਆ ਸੀਗਾ ਉਸ ਜਗ੍ਹਾ ਦੇ ਉੱਤੇ। ਸੋ ਲਿਖਿਆ ਕਿ ਜਦੋਂ ਯੂਸਫ ਨੇ ਦੇਖਿਆ ਕਿ ਉਸ ਜਗ੍ਹਾ ਦੇ ਵਿੱਚ ਯਹੂਦੀਆ ਦੇ ਵਿੱਚ ਬੈਤਲਹਮ ਦੇ ਵਿੱਚ ਉਹਨੇ ਜਾਣਾ ਚਾਹਿਆ, ਪਰ ਉੱਥੇ ਦੇਖਿਆ ਕਿ ਰਾਜਾ ਹੈਰੋਦੇਸ ਦਾ ਹੀ ਪੁੱਤਰ ਆ, ਤਾਂ ਉਹ ਡਰਿਆ ਉੱਥੇ ਜਾਣ ਤੋਂ, ਕਿਉਂਕਿ ਉਸੇ ਦਾ ਪੁੱਤਰ ਆ। ਹੋ ਸਕਦਾ ਕਿ ਰਾਜਾ ਹੈਰੋਦੇਸ ਨੇ ਉਸ ਨੂੰ ਵੀ ਦੱਸਿਆ ਹੋਵੇ। ਸੋ ਇਸ ਕਰਕੇ ਉਹ ਡਰਿਆ ਅਤੇ ਲਿਖਿਆ ਆ ਕਿ ਉੱਥੇ ਜਾਣ ਤੋਂ ਡਰਿਆ ਤੇ ਨਾਸਰਤ ਨੂੰ ਚਲਿਆ ਗਿਆ ਅਤੇ ਉਹ ਨਾਸਰਤ ਵਿੱਚ ਜਾ ਕੇ ਰਹਿਣ ਲੱਗਾ, ਤਾਂ ਜੋ ਜਿਹੜੇ ਸ਼ਬਦ ਜੋ ਨਬੀਆਂ ਦੇ ਦੁਆਰਾ ਲਿਖਿਆ ਗਿਆ ਸੀ ਕਿ ਉਹ ਨਾਸਰੀ ਕਹਿਲਾਵੇਗਾ, ਉਹ ਜਿਹੜੀ ਭਵਿਸ਼ਵਾਣੀਆਂ ਉਹ ਪੂਰੀਆਂ ਹੋਣ। ਹਾਲੇਲੂਇਆ। ਸੋ ਇੱਥੇ ਪਹਿਲੀ ਚੀਜ਼ ਯੂਸਫ ਜਿਹੜਾ ਉਹ ਨਾਸਰਤ ਨੂੰ ਚਲਿਆ ਜਾਂਦਾ ਆ। ਅਤੇ ਸਾਨੂੰ ਪਤਾ ਹੈ ਲੂਕਾ ਦੀ ਅੰਜੀਲ ਚੋਂ ਪਤਾ ਲੱਗਦਾ ਕਿ ਯੂਸਫ ਦਾ ਅਤੇ ਮਰੀਅਮ ਦਾ ਘਰ ਦੋਨਾਂ ਦਾ ਜਿਹੜਾ ਘਰ ਸੀਗਾ ਉਹ ਨਾਸਰਤ ਦੇ ਵਿੱਚ ਹੀ ਸੀਗਾ, ਉਹ ਨਾਸਰਤ ਦੇ ਵਿੱਚ ਹੀ ਪਹਿਲਾਂ ਰਹਿੰਦੇ ਸੀ। ਪਰ ਇੱਥੇ ਮੱਤੀ ਫਿਰ ਤੋਂ ਜ਼ੋਰ ਦਿੰਦਾ ਕਿ ਉਹ ਇਸ ਲਈ ਨਾਸਰਤ ਵਿੱਚ ਗਿਆ ਤਾਂ ਜੋ ਉਹ ਜਿਹੜਾ ਸ਼ਬਦ ਜੋ ਨਬੀਆਂ ਦੇ ਦੁਆਰਾ ਲਿਖਿਆ ਗਿਆ ਕਿ ਉਹ ਨਾਸਰੀ ਕਹਿਲਾਵੇ, ਉਹ ਜਿਹੜੀਆਂ ਭਵਿਸ਼ਵਾਣੀਆਂ ਪੂਰੀਆਂ ਹੋਣ। ਸੋ ਇੱਥੇ ਇੱਕ ਨਬੀ ਦੀ ਨਹੀਂ ਗੱਲ ਹੋ ਰਹੀ, ਨਬੀਆਂ ਦੀ ਗੱਲ ਹੋ ਰਹੀ ਆ। ਅਤੇ ਜਦੋਂ ਅਸੀਂ ਨਾਸਰੀ ਸ਼ਬਦ ਨੂੰ ਦੇਖਦੇ ਹਾਂ ਤਾਂ ਬੜੀ ਵਾਰੀ ਅਸੀਂ ਸੋਚਦੇ ਹਾਂ ਕਿ ਕਿਉਂਕਿ ਅਨੁਮਾਨ ਲਗਾਇਆ ਜਾਂਦਾ ਆ ਕਿ ਜਦੋਂ ਅਸੀਂ ਯਸ਼ਾਇਆ ਦੀ ਪੁਸਤਕ ਅਧਿਆਇ 11 ਦੇ ਵਿੱਚ ਦੇਖਦੇ ਹਾਂ ਤਾਂ ਉੱਥੇ ਜਿਹੜਾ ਸ਼ਬਦ ਆਉਂਦਾ ਟਾਹਣੀ ਦੇ ਲਈ ਕਿ ਯੱਸੀ ਤੋਂ ਇੱਕ ਟਾਹਣੀ ਨਿਕਲੇਗੀ, ਉਸ ਨੂੰ ਨਟਸਿਰ ਸ਼ਬਦ ਦੇ ਨਾਲ ਬੋਲਿਆ ਜਾਂਦਾ, ਨਟਸਿਰ। ਅਤੇ ਕੁਝ ਲੋਕੀ ਮੰਨਦੇ ਆ ਕਿ ਉਹ ਜਿਹੜਾ ਆ ਨਟਸਿਰ ਨਾਸਰੀ ਦੇ ਵਰਗਾ ਹੀ ਆ, ਇਸ ਕਰਕੇ ਉਹ ਕਹਿੰਦੇ ਕਿ ਇਹ ਭਵਿਸ਼ਵਾਣੀ ਆ। ਪਰ ਸਾਨੂੰ ਬਾਈਬਲ ਦੇ ਵਿੱਚ ਇਦਾਂ ਕਿਤੇ ਵੀ ਭਵਿਸ਼ਵਾਣੀ ਨਹੀਂ ਮਿਲਦੀ ਕਿ ਉਹ ਨਾਸਰੀ ਕਹਿਲਾਇਆ ਜਾਵੇਗਾ, ਇਦਾਂ ਕੋਈ ਭਵਿਸ਼ਵਾਣੀ ਨਹੀਂ ਗੀ। ਪਰ ਸਾਨੂੰ ਇਸ ਦੇ ਡੀਪਲੀ ਮੀਨਿੰਗ ਦੇ ਵਿੱਚ ਜਾਣਾ ਪਵੇਗਾ, ਕਿਉਂਕਿ ਨਾਸਰੀ ਦਾ ਮਤਲਬ ਕੀ ਆ? ਨਾਸਰਤ ਜਿਹੜਾ ਨਗਰ ਸੀਗਾ ਉਹ ਇੱਕ ਘਿਨਾਉਣਾ ਮੰਨਿਆ ਜਾਂਦਾ ਸੀ, ਉਹਨੂੰ ਤੁੱਛ ਮੰਨਿਆ ਜਾਂਦਾ ਸੀਗਾ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਯਹੂਨਾ ਦੀ ਅੰਜੀਲ ਦੇ ਵਿੱਚ ਤਾਂ ਨਥਾਨੀਅਲ ਕਹਿੰਦਾ ਕੀ ਕੋਈ ਨਾਸਰਤ ਚੋਂ ਵੀ ਕੋਈ ਚੰਗੀ ਚੀਜ਼ ਨਿਕਲ ਸਕਦੀ ਆ?
ਉਹ ਇਦਾਂ ਪੁੱਛਦਾ ਆ, ਫਿਲਿਪ ਨੂੰ ਸਵਾਲ ਕਰਦਾ ਆ ਜਦੋਂ ਉਹ ਕਹਿੰਦਾ ਕਿ ਮਸੀਹ ਸਾਨੂੰ ਲੱਭ ਗਿਆ। ਉਹ ਕਹਿੰਦਾ ਕਿੱਥੇ ਦਾ? ਉਹ ਕਹਿੰਦਾ ਨਾਸਰਤ ਦਾ। ਕਹਿੰਦਾ ਕੀ ਕੋਈ ਚੀਜ਼ ਨਾਸਰਤ ਤੋਂ ਵੀ ਕੋਈ ਚੰਗੀ ਚੀਜ਼ ਨਿਕਲ ਸਕਦੀ? ਸੋ ਨਾਸਰਤ ਜਿਹੜਾ ਸੀ ਇੱਕ ਘਿਨਾਉਣੀ ਜਗ੍ਹਾ ਮੰਨੀ ਜਾਂਦੀ ਸੀ, ਇੱਕ ਤੁੱਛ ਜਗ੍ਹਾ। ਅਤੇ ਬਾਈਬਲ ਦੇ ਵਿੱਚ ਸਾਨੂੰ ਭਵਿੱਖਬਾਣੀਆਂ ਮਿਲਦੀਆਂ ਜਿਨ੍ਹਾਂ ਦੇ ਵਿੱਚ ਜਦੋਂ ਅਸੀਂ ਯਸ਼ਾਇਆ ਦੇ ਵਿੱਚ ਦੇਖਦੇ ਹਾਂ ਲਿਖਿਆ ਕਿ ਉਹ ਤੁੱਛ ਗਿਣਿਆ ਗਿਆ, ਉਹਨੂੰ ਘਿਨਾਉਣਾ ਸਮਝਿਆ ਗਿਆ। ਜਦੋਂ ਅਸੀਂ ਜ਼ਬੂਰ 20:22 ਦੇ ਵਿੱਚ ਦੇਖਦੇ ਹਾਂ ਤਾਂ ਯਿਸੂ ਮਸੀਹ ਨੂੰ ਉੱਥੇ ਤੁੱਛ ਘਿਨਾਉਣਾ ਸਮਝਿਆ ਗਿਆ। ਜ਼ਬੂਰ 61 ਦੇ ਵਿੱਚ ਹੋਰ ਕਈ ਭਜਨਾਂ ਦੇ ਵਿੱਚ ਅਸੀਂ ਦੇਖਦੇ ਕਿ ਯਿਸੂ ਮਸੀਹ ਨੂੰ ਘਿਨਾਉਣਾ ਤੁੱਛ ਸਮਝਿਆ ਗਿਆ। ਉਸ ਦੇ ਟਾਈਮ ਦੇ ਲੋਕਾਂ ਦੇ ਦੁਆਰਾ ਵੀ ਉਹਨੂੰ ਘਿਨਾਉਣਾ ਸਮਝਿਆ ਗਿਆ। ਸੋ ਇਹ ਜਿਹੜੀ ਭਵਿੱਖਬਾਣੀ ਲਿਖਿਆ ਨਬੀਆਂ ਦੇ ਦੁਆਰਾ, ਅਤੇ ਬਹੁਤ ਸਾਰੇ ਨਬੀਆਂ ਨੇ, ਜਿਵੇਂ ਕਿ ਅਸੀਂ ਜ਼ਬੂਰਾਂ ਚੋਂ ਦੇਖਦੇ ਹਾਂ ਯਸ਼ਾਇਆ ਦੇ ਦੁਆਰਾ, ਇਹ ਪਲੂਰਲ ਦੇ ਵਿੱਚ ਆ ਜਾਂਦਾ ਆ। ਸੋ ਇੱਥੇ ਜਦੋਂ ਕਹਿੰਦਾ ਨਾਸਰੀ ਕਹਿਲਾਇਆ ਜਾਵੇਗਾ, ਏਦਾਂ ਕਿਤੇ ਵੀ ਸ਼ਬਦ ਨਹੀਂ ਆਇਆ ਕਿ ਉਹ ਨਾਸਰੀ ਕਹਿਲਾਇਆ ਜਾਵੇਗਾ, ਪਰ ਨਾਸਰੀ ਦਾ, ਨਾਸਰਤ ਦਾ ਮਤਲਬ ਸੀ ਤੁੱਛ ਗਿਣਿਆ ਜਾਣਾ। ਇਸ ਕਰਕੇ ਯਿਸੂ ਮਸੀਹ ਨਾਸਰੀ ਕਹਿਲਾਇਆ ਗਿਆ ਕਿਉਂਕਿ ਉਹ ਤੁੱਛ ਗਿਣਿਆ ਗਿਆ, ਉਹ ਸਾਡਾ ਕਰਕੇ ਤੁੱਛ ਗਿਣਿਆ ਗਿਆ। ਸੋ ਅੱਜ ਅਸੀਂ ਕੀ ਦੇਖਿਆ ਇਸ ਸਟੱਡੀ ਦੇ ਵਿੱਚ ਕਿ ਯਿਸੂ ਮਸੀਹ 3 ਭਵਿੱਖਬਾਣੀਆਂ ਨੂੰ ਪੂਰਾ ਕਰਦਾ। ਇੱਥੇ ਉਹ ਮਿਸਰ ਦੇ ਵਿੱਚੋਂ ਬੁਲਾਇਆ ਗਿਆ, ਜਿਸ ਤਰ੍ਹਾਂ ਇਜ਼ਰਾਈਲ ਦਾ ਘਰਾਣਾ ਬੁਲਾਇਆ ਗਿਆ। ਅਤੇ ਅਸੀਂ ਦੇਖਿਆ ਅੱਗੇ ਜਾ ਕੇ ਕਿ ਉਹਨਾਂ ਨੇ ਅਸਵੀਕਾਰ ਕਰ ਦਿੱਤਾ ਯਹੂਦੀ ਲੋਕਾਂ ਨੇ ਯਿਸੂ ਮਸੀਹ ਨੂੰ, ਜਿਹਦਾ ਕਰਕੇ ਉਹਨਾਂ ਦੇ ਉੱਤੇ ਦੰਡ ਆਇਆ। ਅਤੇ ਤੀਸਰਾ ਕਿ ਉਹ ਘਿਨਾਉਣਾ ਗਿਣਿਆ ਗਿਆ, ਉਹ ਨਾਸਰੀ ਕਹਿਲਾਇਆ ਗਿਆ। ਪਰ ਅੱਜ ਸਾਨੂੰ ਵੀ ਧਿਆਨ ਦੇਣ ਦੀ ਲੋੜ ਆ। ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸਾਡਾ ਕਰਕੇ ਇਸ ਧਰਤੀ ਦੇ ਉੱਤੇ ਘੱਲਿਆ, ਪਰ ਅੱਜ ਕੀ ਅਸੀਂ ਉਹਦੇ ਤੇ ਵਿਸ਼ਵਾਸ ਕਰਦੇ ਹਾਂ? ਉਹ ਸਾਡਾ ਕਰਕੇ ਘਿਨਾਉਣਾ ਗਿਣਿਆ ਗਿਆ, ਸਾਡਾ ਕਰਕੇ ਜਿੰਨੇ ਦੁੱਖ ਉਹਦੇ ਤੇ ਆਏ, ਮੁਸੀਬਤਾਂ, ਉਹਨੇ ਸਲੀਬ ਚੱਕੀ, ਮਾਰਿਆ ਗਿਆ, ਕੋੜੇ ਖਾਦੇ, ਉਹ ਸਾਰਾ ਕੁਝ ਕਿਹਦਾ ਕਰਕੇ ਖਾਦਾ? ਸਾਡਾ ਕਰਕੇ, ਕਿਉਂਕਿ ਬਾਈਬਲ ਕਹਿੰਦੀ ਉਹਨੇ ਕੋਈ ਪਾਪ ਨਹੀਂ ਕੀਤਾ। ਪਰ ਇਹ ਅੱਜ ਸਾਡੇ ਉੱਤੇ ਆ ਕਿ ਅੱਜ ਅਸੀਂ ਯਿਸੂ ਮਸੀਹ ਨੂੰ ਐਕਸੈਪਟ ਕਰਦੇ ਹਾਂ ਜਾਂ ਉਹਨੂੰ ਰਿਜੈਕਟ ਕਰਦੇ ਹਾਂ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ, ਜਦੋਂ ਅਸੀਂ ਯਹੋਨਾ ਦੀ ਅੰਜੀਲ ਅਧਿਆਇ 3:16 ਤੋਂ ਪੜ੍ਹਦੇ, ਕਹਿੰਦਾ ਕਿ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜਿਹੜਾ ਵੀ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰ ਸਦਾ ਦਾ ਜੀਵਨ ਪਾਵੇ। ਸੋ ਜੇਕਰ ਅਸੀਂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਾਂ ਤਾਂ ਅਸੀਂ ਅਨੰਤ ਜੀਵਨ ਦੇ ਅਧਿਕਾਰੀ ਹੋ ਜਾਵਾਂਗੇ। ਸਾਨੂੰ ਕੁਝ ਨਹੀਂ ਕਰਨਾ ਪਵੇਗਾ ਅਲੱਗ ਦੇ ਨਾਲ, ਸਾਨੂੰ ਕੁਝ ਪਾਪੜ ਨਹੀਂ ਵੇਲਣੇ ਪੈਣੇ। ਪਰ ਜੇਕਰ ਅਸੀਂ ਨਹੀਂ ਸਵੀਕਾਰ ਕਰਦੇ ਤਾਂ ਬਾਈਬਲ ਦੇ ਵਿੱਚ ਲਿਖਿਆ, ਜਿਸ ਤਰ੍ਹਾਂ ਇਹਨਾਂ ਲੋਕਾਂ ਨੇ ਯਿਸੂ ਮਸੀਹ ਨੂੰ ਅਸਵੀਕਾਰ ਕੀਤਾ ਅਤੇ ਉਹਨਾਂ ਦੇ ਉੱਤੇ ਦੰਡ ਆਇਆ, ਉਹਨਾਂ ਨੂੰ ਸਜ਼ਾ ਦਿੱਤੀ ਗਈ, ਇਸੇ ਤਰ੍ਹਾਂ ਬਾਈਬਲ ਕਹਿੰਦੀ ਆ। ਪਰ ਜਿਹੜਾ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ, ਯਹੋਨਾ ਦੀ ਅੰਜੀਲ ਅਧਿਆਇ 3 ਦੇ ਵਿੱਚ ਜਦੋਂ ਅਸੀਂ ਅੱਗੇ ਪੜ੍ਹਦੇ ਹਾਂ, ਪਰ ਕਹਿੰਦਾ ਜਿਹੜਾ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਹੀ ਦੋਸ਼ੀ ਠਹਿਰ ਚੁੱਕਾ, ਕਿਉਂਕਿ ਉਹਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਦੇ ਉੱਤੇ, ਜਿਹਨੂੰ ਉਹਨੇ ਜਗਤ ਦੇ ਵਿੱਚ ਘੱਲਿਆ, ਉੱਤੇ ਵਿਸ਼ਵਾਸ ਨਹੀਂ ਕੀਤਾ। ਸੋ ਅੱਜ ਸਾਡੇ ਹੱਥ ਆ ਕਿ ਅਸੀਂ ਪਰਮੇਸ਼ਰ ਦੇ ਦੁਆਰਾ ਬਲੈਸ ਹੋਣਾ ਚਾਹੁੰਦੇ ਆ ਜਾਂ ਅਸੀਂ ਸ਼ਰਾਪਿਤ ਹੋਣਾ ਚਾਹੁੰਦੇ ਆ। ਅੱਜ ਅਸੀਂ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਆ ਜਾਂ ਨਰਕ ਦੇ ਲਈ ਆਪਣੇ ਆਪ ਨੂੰ ਤਿਆਰ ਕਰਦੇ ਆ। ਅੱਜ ਅਸੀਂ ਪਰਮੇਸ਼ਰ ਦੀਆਂ ਬਰਕਤਾਂ ਨੂੰ ਚਾਹੁੰਦੇ ਆ ਜਾਂ ਪਰਮੇਸ਼ਰ ਦੇ ਸ਼ਰਾਪ ਨੂੰ। ਅੱਜ ਅਸੀਂ ਮੁਕਤੀ ਨੂੰ ਪਾਉਣਾ ਚਾਹੁੰਦੇ ਆ ਜਾਂ ਸਦਾ ਦੇ ਅਨੰਤ ਕਾਲ ਦੇ ਨਾਸ਼ ਨੂੰ। ਸੋ ਇਹ ਸਾਡੇ ਉੱਤੇ ਡਿਪੈਂਡ ਕਰਦਾ ਆ, ਅਤੇ ਇਹਦੇ ਵਿੱਚ ਇੱਕ ਚੀਜ਼ ਦਾ ਫਾਸਲਾ ਆ। ਜੇਕਰ ਅਸੀਂ ਯਿਸੂ ਮਸੀਹ ਨੂੰ ਸਵੀਕਾਰ ਕਰਦੇ ਆ ਤਾਂ ਪਰਮੇਸ਼ਰ ਸਾਨੂੰ ਮੁਫਤ ਦੇ ਵਿੱਚ ਧਰਮੀ ਠਹਿਰਾਉਣ ਦੇ ਲਈ ਤਿਆਰ ਆ। ਪਰ ਜੇਕਰ ਅਸੀਂ ਯਿਸੂ ਮਸੀਹ ਨੂੰ ਸਵੀਕਾਰ ਨਹੀਂ ਕਰਦੇ ਤਾਂ ਪਰਮੇਸ਼ਰ ਸਾਡੇ ਤੇ ਅਲੱਗ ਦੇ ਨਾਲ ਕੋਈ ਦੋਸ਼ ਨਹੀਂ ਲਾਉਣ ਲਈ ਬੈਠਾ, ਪਰ ਪਹਿਲਾਂ ਤੋਂ ਹੀ ਲਿਖਿਆ ਕਿ ਉਹ ਦੋਸ਼ੀ ਠਹਿਰ ਚੁੱਕਾ, ਕਿਉਂਕਿ ਪਰਮੇਸ਼ਰ ਨੇ ਉਸ ਦੇ ਲਈ ਸਾਰਾ ਕੁਝ ਤਿਆਰ ਕੀਤਾ, ਪਰ ਉਸ ਵਿਅਕਤੀ ਨੇ ਉਹਨੂੰ ਐਕਸੈਪਟ ਨਹੀਂ ਕੀਤਾ, ਕਿਉਂਕਿ ਉਹਦੀ ਖੁਦ ਦੀ ਗਲਤੀ ਆ। ਜੇਕਰ ਇੱਕ ਵਿਅਕਤੀ ਪਾਣੀ ਦੇ ਵਿੱਚ ਡੁੱਬ ਰਿਹਾ ਆ ਅਤੇ ਉਹਦੇ ਲਈ ਇੱਕ ਵਿਅਕਤੀ ਰੱਸੀ ਸਿੱਟੇ ਕਿ ਆ ਫੜ ਰੱਸੀ ਦੇ ਬਾਹਰ ਨਿਕਲਿਆ, ਤੇ ਜੇਕਰ ਉਹ ਬਾਹਰ ਨਿਕਲਿਆ ਹੁੰਦਾ ਤਾਂ ਉਹ ਬਚ ਜਾਂਦਾ ਆ, ਪਰ ਜੇਕਰ ਉਹ ਰੱਸੀ ਨੂੰ ਨਹੀਂ ਫੜਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਆ? ਉਹ ਖੁਦ ਆ। ਇਸੇ ਤਰ੍ਹਾਂ ਬਾਈਬਲ ਕਹਿੰਦੀ ਆ ਕਿ ਜੇਕਰ ਅੱਜ ਅਸੀਂ ਆਪਣੇ ਪਾਪਾਂ ਤੋਂ ਤੌਬਾ ਕਰੀਏ ਤਾਂ ਪਰਮੇਸ਼ਰ ਧਰਮੀ ਤੇ ਵਫਾਦਾਰ ਆ ਕਿ ਉਹ ਸਾਡੇ ਪਾਪਾਂ ਨੂੰ ਮਾਫ ਕਰੇ, ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਸੋ ਪਰਮੇਸ਼ਰ ਚਾਹੁੰਦਾ ਕਿ ਅੱਜ ਅਸੀਂ ਉਹਦੇ ਪੁੱਤਰ ਦੇ ਤੇ ਵਿਸ਼ਵਾਸ ਕਰੀਏ ਅਤੇ ਸਦਾ ਦਾ ਜੀਵਨ ਪਾਈਏ। ਅਸੀਂ ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ ਪਿਤਾ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ, ਤੇਰੀ ਹਜ਼ੂਰੀ ਚਾਹੁੰਦੇ ਪਿਤਾ ਜੀ। ਅੱਜ ਤੁਹਾਡੇ ਵਚਨ ਦੇ ਵਿੱਚ ਅਸੀਂ ਦੇਖਿਆ ਕਿ ਤੂੰ ਸਾਡਾ ਕਰਕੇ ਘਿਨਾਉਣਾ ਗਿਣਿਆ ਗਿਆ, ਤੂੰ ਸਾਡਾ ਕਰਕੇ ਸਾਰੇ ਦੁੱਖਾਂ ਨੂੰ ਸਹਿਣ ਦੇ ਲਈ ਇਸ ਧਰਤੀ ਦੇ ਉੱਤੇ ਆਇਆ। ਅਤੇ ਪਿਤਾ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਆਪਣੇ ਪੁੱਤਰ ਨੂੰ ਸਾਡੇ ਬਦਲੇ ਘੱਲਣ ਦੇ ਲਈ। ਪਰਮੇਸ਼ਰ, ਮੈਂ ਤੇਰੇ ਪੁੱਤਰ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦਾ, ਜਿਹੜਾ ਮੇਰੇ ਬਦਲੇ ਮਾਰਿਆ ਗਿਆ, ਜਿਹੜਾ ਮੇਰੇ ਬਦਲੇ ਸਲੀਬ ਤੇ ਚੜਾਇਆ ਗਿਆ ਅਤੇ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ, ਉਹ ਮੇਰੇ ਧਰਮੀ ਠਹਿਰਾਉਣ ਦੇ ਲਈ ਜੀ ਉੱਠਿਆ, ਅਤੇ ਮੈਂ ਉਹਦੇ ਤੇ ਵਿਸ਼ਵਾਸ ਕਰਦਾ। ਪਰਮੇਸ਼ਰ, ਮੇਰੇ ਸਾਰੇ ਗੁਨਾਹਾਂ ਨੂੰ ਮਾਫ ਕਰੋ ਅਤੇ ਮੈਨੂੰ ਆਪਣਾ ਬੇਟਾ, ਆਪਣੀ ਬੇਟੀ ਬਣਾਓ। ਪਿਤਾ, ਮੇਰੇ ਉੱਤੇ ਕਿਰਪਾ ਕਰੋ, ਮੈਂ ਆਪਣਾ ਜੀਵਨ ਤੁਹਾਨੂੰ ਦਿੰਦਾ। ਇਹ ਪ੍ਰਾਰਥਨਾ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੰਗਦਾ, ਆਮੀਨ।
ਸੋ ਜੇਕਰ ਤੁਸੀਂ ਇਹ ਪ੍ਰਾਰਥਨਾ ਕੀਤੀ ਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਨੇ ਤੁਹਾਨੂੰ ਐਕਸੈਪਟ ਕਰ ਲਿਆ ਆ, ਤੁਹਾਡੇ ਪਾਪ ਮਾਫ ਹੋ ਚੁੱਕੇ ਆ ਅਤੇ ਇਸੇ ਨਵੀਂ ਲਾਈਫ ਦੇ ਲਈ ਜਿਹਦੇ ਵਿੱਚ ਤੁਸੀਂ ਪਰਮੇਸ਼ਰ ਦੇ ਵਚਨ ਤੋਂ ਅੱਗੇ ਦੀ ਅੱਗੇ ਵਧਦੇ ਜਾਓਗੇ। ਮੈਂ ਤੁਹਾਨੂੰ ਕੰਗ੍ਰੈਚੁਲੇਸ਼ਨ ਕਹਿਣਾ ਆ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਆਮੀਨ।